ਹੈਲੋ ਦੋਸਤੋ, ਵੈਲਕਮ ਟੂ ਆਰ ਚੈਨਲ ਐਂਡ ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ ਚੈਨਲ ਦੇ ਉੱਪਰ ਮਾਸਟਰ ਕੈਡਰ ਦੀਆਂ ਜੋ ਵੀਡੀਓਜ਼ ਨੇ ਲਗਾਤਾਰ ਅਪਲੋਡ ਕਰ ਰਹੇ ਹਾਂ। ਸੀਕੁਐਂਸ ਦੇ ਵਿੱਚ ਅਰਥਮੈਟਿਕ ਪ੍ਰੋਗਰੈਸ਼ਨ ਬਾਅਦ ਜਿਓਮੈਟ੍ਰਿਕ ਪ੍ਰੋਗਰੈਸ਼ਨ, ਹਾਰਮੋਨਿਕ ਪ੍ਰੋਗਰੈਸ਼ਨ ਐਟ ਦੈਨ ਗ੍ਰੈਜੂਏਸ਼ਨ ਦਾ ਹਾਇਰ ਮੈਥਮੈਟਿਕਸ ਦਾ ਜੋ ਸੀਕੁਐਂਸ ਦਾ ਪਾਰਟ ਹੈ ਉਹ ਆਪਾਂ ਨੇ ਅਪਲੋਡ ਲਗਾਤਾਰ ਕੀਤਾ ਅਤੇ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਡਿਫਰੈਂਟ ਅਤੇ ਡਿਫੀਕਲਟ ਟਰਮਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਕੁਝ ਹੋਰ ਬਿਹਤਰੀਨ ਗੱਲਾਂ ਬਾਤਾਂ ਸੀਕੁਐਂਸ ਦੇ ਬਾਰੇ। ਅੱਜ ਦਾ ਇਹ ਜਿਹੜਾ ਲੈਕਚਰ ਹੈ ਸੀਕੁਐਂਸ ਦਾ ਲਾਸਟ ਲੈਕਚਰ ਹੋਏਗਾ। ਇਸ ਤੋਂ ਬਾਅਦ ਅਸੀਂ ਕੋਈ ਹੋਰ ਨਵਾਂ ਟੌਪਿਕ ਸਟਾਰਟ ਕਰਾਂਗੇ, ਜਾਂ ਸੀਰੀਜ਼ ਸਟਾਰਟ ਕਰਾਂਗੇ, ਜਾਂ ਕੋਈ ਹੋਰ ਟੌਪਿਕ ਸਟਾਰਟ ਕਰਾਂਗੇ, ਕਿਉਂਕਿ ਕਾਫੀ ਦਿਨ ਹੋ ਗਏ ਇਕੱਲੇ ਸੀਕੁਐਂਸ ਹੀ ਕਰੀ ਜਾ ਰਹੇ ਆਪਾਂ, ਅਤੇ ਕੁਛ ਨਵਾਂ ਨੈਕਸਟ ਜੋ ਹੈਗਾ ਸਟਾਰਟ ਕਰਾਂਗੇ। ਸੋ ਆਓ ਬਿਨਾਂ ਕਿਸੇ ਦੇਰੀ ਤੋਂ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਮੈਂ ਟੌਪਿਕ ਤੁਹਾਡੇ ਨਾਲ ਡਿਸਕਸ ਕਰਨ ਲਈ ਰੱਖਿਆ ਦੈਟ ਇਜ਼ ਕੌਚੀ ਸੀਕੁਐਂਸ। ਬਹੁਤ ਇੰਪੋਰਟੈਂਟ ਚੀਜ਼ ਹੈ, ਪਰ ਬਹੁਤ ਹੀ ਅੰਡਰ ਐਸਟੀਮੇਸ਼ਨ ਜੀ ਹੈ। ਮਤਲਬ ਪਤਾ ਹੀ ਨਹੀਂ ਲੱਗਦਾ ਕਈ ਬੱਚਿਆਂ ਨੂੰ, ਕਈ ਦੋਸਤਾਂ ਮਿੱਤਰਾਂ ਨੇ ਮੈਨੂੰ ਦੱਸਿਆ ਕਿ ਪਤਾ ਹੀ ਨਹੀਂ ਲੱਗਦਾ ਕਿ ਥਿਓਰਮ ਕਹਿਣਾ ਕੀ ਚਾਹੁੰਦੀ ਹੈ। ਆਓ ਆਪਾਂ ਇਹਨੂੰ ਸਮਝੀਏ। ਇਹ ਸੀਕੁਐਂਸ AN ਇਜ਼ ਸੈਡ ਟੂ ਬੀ ਕੌਚੀ। ਕੋਈ ਸੀਕੁਐਂਸ AN ਹੈ, ਉਹਨੂੰ ਕੌਚੀ ਕਦੋਂ ਕਹਾਂਗੇ? ਜਦੋਂ ਇਫ ਫॉर एवरी गिवन एप्सिलॉन ग्रेटर दैन 0 कोई छोटा जिहा नंबर एप्सिलॉन असीं ले लिया, दैन देयर एग्जिस्ट M डिपेंड करता है एप्सिलॉन ते, सो दैट या सच दैट AN माइनस AM का जिहड़ा मॉडुलस है वो लैस दैन एप्सिलॉन हो जाऊगा। ਇਹਦਾ मीनिंग की है? देखो A1 A2 A3 up to so on AM minus 1 AM plus 1 up to so on AN and so on। क्योंकि जो सीक्वेंस है उसका कोई एंड तो है नहीं, सीक्वेंस तो चलती ही रहनी है, अप टू सो ऑन चलती रहनी है। ठीक है, हुण कौची कदों बनती है ये सीक्वेंस? A1 तो A2 का कुछ डिफरेंस होएगा, A2 तो A3 का कोई डिफरेंस होएगा, सिमिलरली डिफरेंस चलता जाएगा। एक एग्जांपल है छोटी जी, ध्यान नाल समझो। 1/n सीक्वेंस आप लेने 1/n की जो फर्स्ट टर्म है दैट इज़ 1, जो सैकेंड है 1/2, जो नेक्स्ट है 1/3, जो नेक्स्ट है 1/4, 1/5, 1/6, 1/7 एंड अप टू सो ऑन। ठीक है, हुण जे आप इनू लिखिए पॉइंटां विच लिखिए तो 1 0.5 0.33 0.24 0.25 तो 0.20, फिर 0.16, फिर 0.14। ठीक है, सो इस तरीके ਨਾਲ ਜਿਹੜਾ ਹੈਗੇ ਇਹ ਟਰਮਸ ਆਪਾਂ ਨੇ ਲਿਖਤੀਆਂ। ਸਭ ਤੋਂ ਪਹਿਲੀ ਟਰਮ 1 ਹੈ, ਫਿਰ ਉਹ 0.5 ਰਹਿ ਗਈ, ਫਿਰ 0.3 ਰਹਿ ਗਈ, ਫਿਰ 0.25, 0.20, 0.16, ਇਸ ਤਰੀਕੇ ਨਾਲ। ਜੇ ਪਹਿਲੇ ਦੋ ਦਾ ਡਿਫਰੈਂਸ ਚੈੱਕ ਕਰੀਏ 0.5 ਹੈ, ਨੈਕਸਟ ਦੋ ਦਾ ਕਰੀਏ ਤਾਂ 0.17 ਹੈ। ਦੇਖੋ ਕਿਤੇ 0.50, ਫਿਰ 0.17, ਨੈਕਸਟ ਸਾਰਾ 0.08 ਰਹਿ ਗਿਆ। ਉਸ ਤੋਂ ਅੱਗੇ ਨੈਕਸਟ 0.05 ਰਹਿ ਗਿਆ, ਉਸ ਤੋਂ ਅੱਗੇ ਨੈਕਸਟ 0.04 ਰਹਿ ਗਿਆ, ਫਿਰ 0.02 ਰਹਿ ਗਿਆ। ਤੁਸੀਂ ਗੌਰ ਨਾਲ ਦੇਖੋ ਇਹ ਕੀ ਹੋ ਰਿਹਾ, ਡਿਫਰੈਂਸ ਘਟਦਾ ਜਾ ਰਿਹਾ। ਡਿਫਰੈਂਸ ਕੀ ਹੈ? ਘਟਦਾ ਜਾ ਰਿਹਾ ਹੈ। ਕੌਚੀ ਵੀ ਕੀ ਕਹਿੰਦਾ ਹੈ? ਕਹਿੰਦੇ ਜਿਹੜੀ ਸੀਕੁਐਂਸ ਹੈ ਨਾ ਉਹ ਕੌਚੀ ਸੀਕੁਐਂਸ ਕਦੋਂ ਬਣ ਜੂਗੀ? ਜਦੋਂ ਉਹਦਾ ਡਿਫਰੈਂਸ ਇੰਨਾ ਘੱਟ ਜੂਗਾ, ਜਦੋਂ ਉਹਦਾ ਟਰਮਸ ਦਾ ਡਿਫਰੈਂਸ ਇੰਨਾ ਘੱਟ ਜੂਗਾ ਕਿ ਕਿਸੇ ਵੀ ਐਪਸਿਲਨ ਨੂੰ ਅਸੀਂ ਸਿਲੈਕਟ ਕਰੀਏ ਤਾਂ ਸਾਨੂੰ ਕੋਈ ਇੱਕ ਐਸੀ ਜਗ੍ਹਾ ਮਿਲ ਜੇ ਜਿਸ ਤੋਂ ਬਾਅਦ ਡਿਫਰੈਂਸ ਉਸ ਐਪਸਿਲਨ ਤੋਂ ਘੱਟ ਹੋਵੇ। ਫੋਰ ਐਗਜ਼ਾਮਪਲ ਮੰਨ ਲਓ ਮੈਂ ਐਪਸਿਲਨ ਦੀ ਜਿਹੜੀ ਵੈਲਿਊ ਹੈ ਉਹ ਸਿਲੈਕਟ ਕਰਦਾ 0.03, ਕੀ ਸਿਲੈਕਟ ਕਰਦਾ 0.03। ਹੁਣ ਤੁਸੀਂ ਗੌਰ ਨਾਲ ਦੇਖੋ, ਇਹ ਹੈਗੀ ਹੈ ਟਰਮ 1, ਇਹ ਫਸਟ ਟਰਮ ਹੈ, ਇਹ ਸੈਕਿੰਡ ਹੈ, ਇਹ थर्ड है, ये फोर्थ है, ये फिफ्थ है, ये सिक्स्थ है, ये सैवनथ है। ठीक है, मैंने एप्सिलॉन सिलेक्ट किया 0.03। हुण जदों मैं इत्थों अगे जाऊँगा, इस तो अगे जाऊँगा, यानी कि
6ਵੀਂ ਟਰਮ ਤੋਂ ਗਾਹਾਂ ਜਾਊਂਗਾ, ਜਿਵੇਂ ਮੈਂ 6ਵੀਂ ਟਰਮ ਤੋਂ ਅੱਗੇ ਜਾਊਂਗਾ ਤਾਂ ਮੈਂ ਕੀ ਦੇਖਦਾ ਵੀ ਜਿਹੜੀ ਟਰਮਸ ਨੇਗੀਆਂ ਉਹਨਾਂ ਦਾ ਡਿਫਰੈਂਸ ਆਪਸ ਦੇ ਵਿੱਚ 0.3 ਨਾਲੋਂ ਘਟਦਾ ਜਾ ਰਿਹਾ ਹੈ। ਕਹਿਣ ਦਾ ਮਤਲਬ ਕੀ ਹੈ, ਜਦੋਂ ਕੋਈ ਐਸਾ ਨੰਬਰ ਸਾਨੂੰ ਮਿਲ ਜੇ ਕਿ ਜਿਸ ਤੋਂ ਬਾਅਦ ਡਿਫਰੈਂਸ ਟਰਮਸ ਦਾ ਬਹੁਤ ਘਟ ਜੇ, ਇਸੇ ਨੂੰ ਕੰਡੈਂਸੇਸ਼ਨ ਕਹਿੰਦੇ ਨੇਗੇ, ਕੰਬੀਨੇਸ਼ਨ ਵੀ ਇਸ ਨੂੰ ਕਹਿੰਦੇ ਨੇਗੇ। ਸਿਮਿਲਰਲੀ ਜਦੋਂ ਆਪਾਂ ਇਹਨੂੰ ਗ੍ਰਾਫ 'ਤੇ ਦੇਖਦੇ ਹਾਂ, ਇਹ 0 ਹੈ, ਇਹ 1 ਹੈ, 1/2 ਹੈ, 1/3 ਹੈ, 1/4 ਹੈ, 1/5 ਹੈ, 1/6 ਹੈ, 1/7 ਹੈ। ਇਹ ਐਵੇਂ ਹੀ ਜਿਹੜੇ ਟਰਮਸ ਨੇਗੀਆਂ ਇੱਥੇ ਇਕੱਠੀਆਂ ਹੁੰਦੀ ਜਾਂਦੀਆਂ ਨੇਗੀਆਂ। ਜਦੋਂ ਟਰਮਸ ਇੱਕ ਪੁਆਇੰਟ ਦੇ ਨਜ਼ਦੀਕ ਜਾ ਕੇ ਇਕੱਠੀਆਂ ਹੋਈ ਜਾਣਗੀਆਂ ਤਾਂ ਫਿਰ ਜਿਹੜਾ ਉਹਦਾ ਡਿਫਰੈਂਸ ਹੈ ਉਹ ਕੀ ਹੋਊਗਾ, ਬਹੁਤ ਘੱਟ ਜਾਊਗਾ। ਯਾਨੀ ਕਿ ਕੌਚੀ ਸੀਕੁਐਂਸ ਕਿਹੜੀ ਹੈ, ਇੱਕ ਐਸੀ ਸੀਕੁਐਂਸ ਜਿਸ ਦੇ ਵਿੱਚ ਟਰਮਸ ਦਾ ਡਿਫਰੈਂਸ ਇੰਨਾ ਜ਼ਿਆਦਾ ਘੱਟ ਜੇ ਕਿ ਅਸੀਂ ਕੋਈ ਵੀ ਨੰਬਰ ਕਹੀਏ ਵੀ ਲੈ ਵੀ 0.01 ਤਾਂ ਸਾਨੂੰ ਇੱਕ ਐਸੀ ਥਾਂ ਮਿਲੇ ਜਿਸ ਤੋਂ ਬਾਅਦ ਟਰਮਸ ਦਾ ਡਿਫਰੈਂਸ 0.01 ਤੋਂ ਵੀ ਛੋਟਾ ਹੋਵੇ। ਜੇ ਅਸੀਂ ਕਹਿ ਦਈਏ ਕਿ 0.0003 0.0003 ਕਿੰਨਾ ਛੋਟਾ ਨੰਬਰ ਲੈ ਲਿਆ। ਪਰ ਸੀਕੁਐਂਸ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਇੱਕ ਜਗ੍ਹਾ ਤੋਂ ਬਾਅਦ, ਇੱਕ ਪੁਆਇੰਟ ਤੋਂ ਬਾਅਦ ਜਿਹੜਾ ਟਰਮਸ ਦਾ ਡਿਫਰੈਂਸ ਹੈ ਉਹ 0.0003 ਤੋਂ ਵੀ ਥੱਲੇ ਆ ਜੇ ਤਾਂ ਫਿਰ ਇਹ ਸੀਕੁਐਂਸ ਕੌਚੀ ਬਣ ਜਾਂਦੀ ਹੈ। ਕੁਛ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਇੱਥੇ ਡਿਸਕਸ ਹੋਈਆਂ। ਠੀਕ ਹੈ, ਸੋ ਉਮੀਦ ਕਰਦਾ ਕਿ ਕੌਚੀ ਸੀਕੁਐਂਸ ਕਲੀਅਰ ਹੋਏਗੀ। ਹੁਣ ਆਪਾਂ ਗੱਲ ਕਰਦੇ ਹਾਂ ਕੁਛ ਬਹੁਤ ਹੀ ਬਿਹਤਰੀਨ ਇੰਪੋਰਟੈਂਟ ਪੁਆਇੰਟਾਂ ਦੀ। ਪਿਛਲੀ ਵੀਡੀਓ ਵਿੱਚ ਮੈਂ ਮੋਨੋਟੋਨਿਕ ਸੀਕੁਐਂਸ ਬਾਰੇ ਪੜ੍ਹਾਇਆ ਸੀਗਾ, ਤੁਸੀਂ ਉਸ ਮੋਨੋਟੋਨਿਕ ਸੀਕੁਐਂਸ ਦੀ ਜਿਹੜੀ ਵੀਡੀਓ ਹੈ ਉੱਪਰ ਲਿੰਕ ਜਾ ਕੇ ਦੇਖ ਸਕਦੇ ਹੋ। ਉੱਪਰ ਤੁਹਾਨੂੰ ਲਿੰਕ ਸ਼ੋ ਹੋਏਗਾ ਮੋਨੋਟੋਨਿਕ ਸੀਕੁਐਂਸ ਦਾ, ਤੁਸੀਂ ਕਲਿੱਕ ਕਰਕੇ ਉਹ ਦੇਖ ਸਕਦੇ ਹੋ। ਹੁਣ ਐਵਰੀ ਮੋਨੋਟੋਨਿਕਲੀ ਇੰਕਰੀਜ਼ਿੰਗ ਸੀਕੁਐਂਸ, ਇੱਕ ਸੀਕੁਐਂਸ ਜਿਹੜੀ ਮੋਨੋਟੋਨਿਕਲੀ ਇੰਕਰੀਜ਼ ਕਰ ਰਹੀ ਹੈ ਐਂਡ ਵਿਚ ਇਜ਼ ਬਾਉਂਡਡ ਅਬਵ, ਜਿਸ ਦਾ ਉੱਪਰਲੇ ਪਾਸੇ ਬਾਉਂਡ ਵੀ ਲੱਗਿਆ ਹੋਇਆ। ਸੀਕੁਐਂਸ ਇੰਕਰੀਜ਼ ਕਰਨਾ ਬਹੁਤ ਥਾਵੇਂ ਹੋ ਸਕਦਾ, ਸੀਕੁਐਂਸ ਬਹੁਤ ਥਾਵੇਂ ਇੰਕਰੀਜ਼ ਕਰਦੀ ਹੈ, ਪਰ ਜੇਕਰ ਉਹ ਬਾਉਂਡਡ ਅਬਵ ਵੀ ਹੈ ਤਾਂ ਉਹ ਕਨਵਰਜ ਕਰੇਗੀ। ਕਨਵਰਜ ਕਿਸ ਨੂੰ ਕਰੇਗੀ, ਲੀਸਟ ਅਪਰ ਬਾਉਂਡ ਨੂੰ ਕਰੇਗੀ, ਕਿਉਂਕਿ ਜਿਹੜੇ ਅਪਰ ਬਾਉਂਡ ਹੋਣਗੇ ਉਹਨਾਂ ਦੇ ਵਿੱਚ ਇੱਕ ਲੀਸਟ ਅਪਰ ਬਾਉਂਡ ਹੋਏਗਾ, ਛੋਟੇ ਤੋਂ ਛੋਟਾ ਅਪਰ ਬਾਉਂਡ, ਉਸ ਨੂੰ ਉਹ ਕਨਵਰਜ ਕਰ ਜਾਏਗੀ। ਸਿਮਿਲਰਲੀ ਐਵਰੀ ਮੋਨੋਟੋਨਿਕਲੀ ਡਿਕਰੀਜ਼ਿੰਗ ਸੀਕੁਐਂਸ, ਇੱਕ ਸੀਕੁਐਂਸ ਹੈ ਜਿਹੜੀ ਮੋਨੋਟੋਨਿਕਲੀ ਡਿਕਰੀਜ਼ ਕਰ ਰਹੀ ਹੈ। ਠੀਕ ਹੈ, ਡਿਕਰੀਜ਼ ਹੋ ਰਹੀ ਹੈ ਸੀਕੁਐਂਸ, ਅਤੇ ਨਾਲ ਵਿਚ ਇਜ਼ ਬਾਉਂਡਡ ਬਿਲੋ, ਅਤੇ ਉਹ ਨੀਚੋਂ ਬਾਉਂਡਡ ਵੀ ਹੈ, ਡਿਕਰੀਜ਼ ਵੀ ਹੋ ਰਹੀ ਹੈ ਅਤੇ ਨੀਚੋਂ ਬਾਉਂਡਡ ਵੀ ਹੈ। ਸੋਚ ਕੇ ਦੇਖੋ, ਜੇ ਮੰਨ ਲਓ ਇੱਥੇ ਬਾਉਂਡ ਲੱਗਿਆ ਹੋਇਆ, ਕੋਈ ਚੀਜ਼ ਘਟਦੀ ਆ ਰਹੀ ਹੈ ਤਾਂ ਇੱਥੇ ਆ ਕੇ ਕੀ ਜੋ ਇਕੱਠੇ ਹੋਣੇ ਸ਼ੁਰੂ ਹੋ ਜਾਣ ਟਰਮ, ਕਿਉਂਕਿ ਹੈਗੀਆਂ ਟਰਮਸ ਇਨਫਾਈਨਾਈਟ ਨੇਗੀਆਂ, ਇੱਥੇ ਬਾਉਂਡ ਲੱਗਿਆ ਹੋਇਆ, ਇੱਧਰੋਂ ਟਰਮਸ ਇੱਧਰ ਨੂੰ ਆਈ ਜਾ ਰਹੇ ਨੇ ਆ, ਪਰ ਖਤਮ ਹੀ ਹੁੰਦੀਆਂ ਨਹੀਂ। ਯਾਨੀ ਕਿ ਇਹਦਾ ਮਤਲਬ ਇਹ ਹੈ ਵੀ ਇੱਥੇ ਆ ਕੇ ਬਹੁਤ ਸਾਰੀ ਟਰਮਸ ਕੀ ਹੋ ਜਾਣਗੀਆਂ, ਇਕੱਠੀਆਂ ਹੋ ਜਾਣਗੀਆਂ। ਸੋ ਇਹਦਾ ਮਤਲਬ ਕੀ ਹੈ, ਜੇਕਰ ਬਾਉਂਡਡ ਬਿਲੋ ਹੈ ਤਾਂ ਸੀਕੁਐਂਸ ਕਨਵਰਜ ਕਰੇਗੀ, ਅਤੇ ਕਨਵਰਜ ਵੀ ਕਿਹਨੂੰ ਕਰੇਗੀ, GLB ਨੂੰ, ਗ੍ਰੇਟੈਸਟ ਲੋਅਰ ਬਾਉਂਡ ਨੂੰ ਕਨਵਰਜ ਕਰੇਗੀ। ਉਮੀਦ ਕਰਦਾ ਹੁਣ ਤੱਕ ਦੀ ਜਿੰਨੀ ਗੱਲਾਂ ਬਾਤਾਂ ਹੋਈਆਂ ਨੇ ਸਾਰੀਆਂ ਸਮਝ ਆ ਗਈਆਂ ਹੋਣਗੀਆਂ। ਨੈਕਸਟ ਹੈ ਮੋਨੋਟੋਨਿਕ ਸੀਕੁਐਂਸ ਨੈਵਰ ਔਸਕੀਲੇਟ। ਇਹ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਸੁਣਿਓ। ਜਿਹੜੀ ਮੋਨੋਟੋਨਿਕ ਸੀਕੁਐਂਸ ਹੈ ਜਾਂ ਤਾਂ ਉਹ ਕਨਵਰਜ ਕਰੂਗੀ ਜਾਂ ਡਾਇਵਰਜ ਕਰੂਗੀ, ਦੋ ਤਰ੍ਹਾਂ ਦਾ ਨੇਚਰ ਨਹੀਂ ਹੋਊਗਾ। ਠੀਕ ਹੈ, ਨਾ ਕਨਵਰਜ ਦਾ ਮਤਲਬ ਔਸਕੀਲੇਟ ਨਹੀਂ ਕਰੂਗੀ, ਪਰ ਔਸਕੀਲੇਟ ਨਹੀਂ ਕਰੇਗੀ। ਮੇਨ ਮੀਨਿੰਗ ਇਹੀ ਹੈ ਕਿ ਕਨਵਰਜ ਕਰ ਸਕਦੀ ਹੈ, ਡਾਇਵਰਜ ਵੀ ਕਰ ਸਕਦੀ ਹੈ, ਪਰ ਮੋਨੋਟੋਨਿਕ ਸੀਕੁਐਂਸ ਔਸਕੀਲੇਟ ਨਹੀਂ ਕਦੇ ਵੀ ਕਰਦੀ। ਸਮਝੋ, ਆਪਣੇ ਮੋਨੋਟੋਨਿਕ ਸੀਕੁਐਂਸ ਵੇਲੇ ਕੀ ਕਿਹਾ, ਇੱਕ ਐਸੀ ਸੀਕੁਐਂਸ ਜਿਹੜੀ ਜਾਂ ਤਾਂ ਵੱਧਦੀ ਜਾਵੇ ਜਾਂ ਘਟਦੀ ਜਾਵੇ। ਠੀਕ ਹੈ, ਜਾਂ ਤਾਂ ਵੱਧਦੀ ਜਾਵੇ ਜਾਂ ਘਟਦੀ ਜਾਵੇ। ਜੇ ਔਸਕੀਲੇਟ ਕਰਨ ਲੱਗ ਗਈ, ਇਹਦੇ 'ਚ ਕੀ ਹੋ ਜਾਊਗਾ, ਕਦੇ ਵੱਧ ਗਈ ਕਦੇ ਘਟ ਗਈ, ਕਦੇ ਵੱਧ ਗਈ ਕਦੇ ਘਟ ਗਈ, ਫਿਰ ਇੱਥੇ ਮੋਨੋਟੋਨਿਕ ਦੀ ਡੈਫੀਨੇਸ਼ਨ ਕੀ ਹੋ ਜੂਗੀ, ਭੰਗ ਹੋ ਜੂਗੀ। ਯਾਨੀ ਕਿ ਉਹ ਸੀਕੁਐਂਸ ਮੋਨੋਟੋਨਿਕ ਰਹਿ ਨਹੀਂ ਸਕਦੀ ਜਿਹੜੇ ਔਸਕੀਲੇਟ ਹੋਵੇ। ਸੋ ਅਗਰ ਸੀਕੁਐਂਸ ਕਨਵਰਜ ਕਰ ਰਹੀ ਹੈ ਤਾਂ ਆਪਣਾ ਮੋਨੋਟੋਨਿਕ ਹੈ ਤਾਂ ਕਨਵਰਜ ਕਰ ਸਕਦੀ ਹੈ, ਡਾਇਵਰਜ ਕਰ ਸਕਦੀ ਹੈ, ਲੇਕਿਨ ਔਸਕੀਲੇਟ ਨਹੀਂ ਕਰ ਸਕਦੀ। ਨੈਕਸਟ ਆ ਗਿਆ ਆਪਣਾ ਸੈਂਡਵਿਚ ਥਿਓਰਮ, ਜਿਹਨੂੰ ਸਕੁਈਜ਼ ਪ੍ਰਿੰਸੀਪਲ ਵੀ ਕਹਿੰਦੇ ਨੇ, ਸੈਂਡਵਿਚ ਥਿਓਰਮ ਵੀ ਕਹਿੰਦੇ ਨੇ। ਠੀਕ ਹੈ, ਸੈਂਡਵਿਚ ਥਿਓਰਮ, ਆਓ ਇਹਨੂੰ ਸਮਝੀਏ। ਸੈਂਡਵਿਚ ਥਿਓਰਮ ਕਿਉਂ ਕਿਹਾ ਗਿਆ, ਕਹਿੰਦੇ ਜੇਕਰ
नीचे ब्रैड है उपर ब्रैड है विचाले आलू की टिक्की है तो जे दो ही ब्रैड मूँह 'ਚ जाणगे तो आलू की टिक्की भी मूँह ਦੇ ਵਿੱਚ ही जाऊगी। सैंडविच थ्योरम देखो की कह रहे हैं कहते एक AN सीक्वेंस है एक BN सीक्वेंस है तो एक CN सीक्वेंस है। ठीक जिहड़ी लिमिट n अप्रोच टू इनफिनिटी ऑफ AN है तो लिमिट n अप्रोच टू इनफिनिटी ऑफ BN है। हाँ तो दोनों की लिमिट की है सेम है L तो नाल ही नाल जिहड़ी AN है वो CN तो छोटी तो CN BN तो छोटी है यानी कि CN AN एंड BN के विचकार पई है तो कोई एक ऐसा N ग्रेटर दैन इक्वल टू K मिलेगा सच दैट लिमिट n अप्रोच टू इनफिनिटी CN विल ऑल्सो बी L। एक जगह पर जाके यह लिमिट भी की हो जूगी L हो जूगी। ठीक है एक ऐसा टाइम आएगा कोई नंबर तो बाद देखो हुण CN की टर्म्स ने गियां AN तो वड्डी ने ते BN तो छोटियां ने गियां CN दे विच CN की टर्म्स दे विच एक ऐसी थां होएगी जिस तो बाद जे टर्म्स ने गियां वो की शो करनी आ कि लिमिट इहदी भी L ही बनती है। सो बहुत इंपोर्टेंट कुछ गल्लां बातां आपां डिस्कस कीतियां होर भी बहुत इंपोर्टेंट गल्लां बातां हजे आपां डिस्कस करांगे आओ आपां अगे देखते हैं। हाँ जी नैक्सट जो अपना पॉइंट ऑफ कंसनट्रेशन है वो है कॉचीज फर्स्ट थ्योरम ऑन लिमिट्स। कॉचीज फर्स्ट थ्योरम ऑन लिमिट्स की कहती है कि AN कोई सीक्वेंस है दैट कन्वर्जेस टू L AN कोई सीक्वेंस है दैट कन्वर्जेस टू L दैन सीक्वेंस XN किस तरह की A1 प्लस A2 प्लस A3 अप टू सो ऑन AN अपॉन N यानी कि मीडियन मीन ऑफ टर्म्स ऑल्सो कन्वर्ज टू L। ये कहना मतलब की है भी जे मान लो X1 है जी वो हो A1 अपॉन 1 X2 है वो की हो A1 प्लस A2 अपॉन 2 X3 किमें दी होवे A1 प्लस A2 प्लस A3 अपॉन 3 तो जो XN है वो किमें दी होवे A1 प्लस A2 प्लस A3 अप टू सो ऑन AN अपॉन N। कहते भी जेकर असी इस तरीके नाल टर्म्स तो टर्म्स बनाइए यानी कि टर्म्स नूं यूज़ करके नवीं टर्म्स बनाइए तो जी X1 X2 X3 अप टू सो ऑन XN जी नवीं सीक्वेंस बनूगी ये भी कन्वर्ज करूगी किनू कन्वर्ज करेगी बई L नूं कन्वर्ज करेगी। हुण इहदी एक एग्जाम्पल आपां लित्ती है एग्जाम्पल गौर नाल देखो की है लिमिट n अप्रोच टू इनफिनिटी 1 प्लस 1 अपॉन 2 प्लस 1 अपॉन 3 प्लस 1 अपॉन N। ठीक है नीचे की है N है इस चीज़ को आप एवें भी लिख सकते हैं। हुण तुसीं गौर नाल देखो जी आह वाली चीज़ है इत्थों AN कितनी मिलती है 1 अपॉन N मिलती है जे लिमिट n अप्रोच टू इनफिनिटी ले लीए तो की बनेगा लिमिट n अप्रोच टू इनफिनिटी 1 अपॉन N दैट इज़ 0। हुण सानूं पता लग गया कि जी AN की लिमिट है वो की है भी 0 है तो यदी सारे की लिमिट भी की होगी 0। गल नूं गौर नाल समझो जी सीक्वेंस है 1 1/2 1/3 1/N यही AN दर्शा रही है असी ये लिमिट कट के सारे का आंसर लिख सकते हैं यानी कि सिर्फ ये लिमिट कट के उपरले दी आप नीचले का आंसर भी लिख सकते हैं। ठीक है सो कॉचीज फर्स्ट थ्योरम ऑन लिमिट्स ये गल कहती है। इस तो बाद आप गल करते हैं कॉचीज सैकेंड थ्योरम ऑन लिमिट्स। सो ये कॉचीज सैकेंड थ्योरम ऑन लिमिट्स है। कॉचीज सैकेंड थ्योरम ऑन लिमिट्स की कहती है कि अगर AN कोई पॉजिटिव टर्म्स की सीक्वेंस है दैन AN का जोमैट्रिक मीन टर्म्स का जोमैट्रिक मीन जोड़ा है वो कि होएगा लिमिट n अप्रोच टू इनफिनिटी AN प्लस 1 अपॉन AN दे। बस मेन गल ये है कि जो ये लिमिट एग्जिस्ट करती हो चाहे फाइनाइट हो चाहे इनफाइनाइट हो। जोमैट्रिक मीन का क्वेश्चन किस तरह बनता है देखो आप एग्जाम्पल लैने एक 2 अपॉन 1 दी पावर 1 3 अपॉन 2 दी पावर 2 n प्लस 1 अपॉन n दी पावर n ते सारे दी पावर 1 अपॉन N। ठीक है सो इस क्वेश्चन तुसीं गौर नाल देखो जेकर तुसीं गौर नाल देखो आ की है AN दी पावर 1 अपॉन N तो इसका मतलब ये AN दी पावर 1 अपॉन N हैगी है। सानूं इत्थों AN कड्ढना है
सानू ए एन की मिल गया n प्लस 1 अपॉन n दी पावर n। हुण सानू की चाहिए ए एन प्लस 1 चाहिए जो कि बनेगा n प्लस 2 अपॉन n प्लस 1 दी पावर n प्लस 1। तुसीं इनू जेकर एवें लिख लो तो देखोगे कि 1 प्लस आ चीज़ बनती है, ठीक है। तो इस तो आ चीज़ बन जाती है। हुण सानू की चाहिए लिमिट n अप्रोच टू इनफिनिटी ए एन प्लस 1 अपॉन ए एन प्लस 1 की है। एक बार आप मेन फॉर्म च लिख लेना n प्लस 2 अपॉन n प्लस 1 दी पावर n प्लस 1 मल्टीप्लाई n अपॉन n प्लस 1 दी पावर n लिख लेने। हुण देखो ये असी की है, असीं इहनूं कट करते हैं लिमिट्स नूं। सानूं इत्थे तां लिखण दी लोड़ ही नहीं रहेगी, जिहड़ी आह वाली चीज़ है ये तां लिखण दी लोड़ है ही नहीं क्योंकि ये कैंसल ही हो जानी है, ठीक है। सिर्फ आही चीज़ बच जानी है जिन्होंने अपने की लिखा है 1 प्लस 1 अपॉन n प्लस 1 सारे दी पावर n प्लस 1। जदों 1 प्लस 1 अपॉन समथिंग तो उही पावर उपर होवे उही चीज़ इत्थे होवे तो इहदा डायरैक्ट फार्मूला लिमिट का कि बन जाना इसने ई बन जाना। सो साडा आंसर क्या आएगा ई आएगा। यानी कि असी ने सिर्फ ये अंदरले पार्ट नूं चक्या। वैसे ना एक चीज़ होर दसदा मैं, इत्थे आपां थोड़ा जिहा चेंज करिए, ये आ चीज़ दोबारा समझो, मैं इहनूं सैट करके होर दसदा, कन्फ्यूजन क्रिएट होने का चांस लग रहा मैनू। देखो एक्चुअल जी ए एन है वो है 2 अपॉन 1 दी पावर 1, 3 अपॉन 2 दी पावर 2, n प्लस 1 दी पावर अपॉन n दी पावर n, ठीक है। तो जो ए एन प्लस 1 होएगी वो होएगी 2 अपॉन 1 दी पावर 2, 3 अपॉन 2 दी पावर 2, n प्लस 1 अपॉन n तक तो जानी जाना सी, ठीक है। आपां इनू एक होर टर्म अगे यानी कि इत्थे लेके जावांगे। हुण जो तुसीं ए एन प्लस 1 अपॉन ए एन करोगे लिमिट n अप्रोच टू इनफिनिटी तो ये कट जाएंगे, सिर्फ आही बच जाएगा n/2 अपॉन n प्लस 1 दी पावर n प्लस 1। जे मैं तुहानूं खोल के दिखाया सी ये चीज़ ने बन जाना है कुछ इस तरीके नाल, इसका आंसर क्या आएगा ई आएगा। जेकर इस चीज़ का आंसर जिहड़ा है वो ई आ रहा है तो इस सारे का आंसर भी की आएगा ई आएगा बाय कॉचीज सेकंड थ्योरम ऑन लिमिट्स। उम्मीद करदा कि तुहानूं गल क्लीयर हो गई होगी। हुण आपां लास्ट करांगे सिज़ारोस थ्योरम, फिर आपां इस वीडियो नूं एंड करांगे। हाँ जी, ये साडा लास्ट पॉइंट है सिज़ारोस थ्योरम। सिज़ारो थ्योरम की कहती है इफ लिमिट n अप्रोच टू इनफिनिटी ए एन, अगर ए एन कोई सीक्वेंस है जी ए कन्वर्ज करती है, बी एन कोई सीक्वेंस है जी बी कन्वर्ज करती है, दैन दोनों का मिक्स करके बनाई हुई थ्योरम, जिमें आपां लेबनिज़ थ्योरम पढ़ते हैं वो भी की होंगे फस्ट टर्म तो सैकेंड की लास्ट। देखो जिमें A1 तो BN बी का लास्ट वाला पॉइंट, सिमिलरली इत्थे A2 तो BN-1 तो लास्ट दे AN तो B1, यानी कि A1 वधदा जाए तो B घटदा जाए, दोनों मिला के जो सीक्वेंस बनेगी अपॉन N वो किस नूं कन्वर्ज करेगी AB नूं कन्वर्ज करेगी। इस दे नाल एक होर इंपोर्टेंट चीज़, बहुत इंपोर्टेंट चीज़ है, इफ AN oscillates finitely, AN oscillates finitely and limit n approach to infinity Bn is equal to 0, then limit n approach to infinity An into Bn will be 0। कहने का भाव की है An कोई सीक्वेंस है जी ऑस्किलेट कर रही है फाइनेटली तो Bn कोई नल सीक्वेंस है यानी कि 0 कन्वर्ज कर दी है तो An इंटू Bn की जी लिमिट होगी दैट विल भी 0 होएगी। सो उम्मीद करदा कि तुहानूं अज का जिहड़ा टॉपिक है क्लीयर होएगा। अगर तुहानूं कोई डाउट लगे तुसीं थोड़ा जिहा टिकाई नाल जूम करके वीडियो नूं देख सकते हो, कोई डाउट लगे तुसीं कमेंट भी कर सकते हो। अगर तुहानूं वीडियो वधिया लगी होवे तो लाइक कमेंट एंड शेयर करना ना भुल्लिओ। अगर चैनल ते तुसीं नवे हो तो सबसक्राइब जरूर करिओ, पर जे चैनल ते पुराने हो तो भी चैनल नूं सबसक्राइब जरूर करिओ। थैंक यू।